ਬਾਬਾ ਜੀ ਦੀ ਹੱਥੀਂ ਲਿਖਤ ਡਾਇਰੀ ਦੇ ਬਚਨ। ਬਾਬਾ ਜੀ ਦੀਆਂ ਕੁਝ ਹੱਥ ਲਿਖਤ ਡਾਇਰੀਆਂ ਮਿਲੀਆਂ ਹਨ। ਮੌਜ ਵਿੱਚ ਬਾਬਾ ਜੀ ਨੇ ਕੁਝ ਰਹੱਸ ਇਨ੍ਹਾਂ ਡਾਇਰੀਆਂ ਵਿੱਚ ਉਚਾਰੇ ਹਨ। ਬਾਬਾ ਜੀ ਦੀ ਬੋਲੀ ਵਿੱਚ ਪਾਕਿਸਤਾਨ ਤੋਂ ਆਏ ਹੋਣ ਕਰਕੇ ਕੁਝ ਝਲਕਾਂ ਲਹਿੰਦੇ ਪੰਜਾਬ ਦੀਆਂ ਵੀ ਮੌਜੂਦ ਸਨ। ਇਨ੍ਹਾਂ ਬਚਨਾਂ ਵਿੱਚ ਉਹਨਾਂ ਦੇ ਉਸ ਲਹਿਜੇ ਨੂੰ ਬਰਕਰਾਰ ਰੱਖਣ ਦਾ ਯਤਨ ਕੀਤਾ ਗਿਆ ਹੈ। ਹਾਂਜੀ, ਇਹ ਜਿਹੜੇ ਬਚਨ ਹਨ, ਇਹਨਾਂ ਦਾ ਟਾਈਟਲ ਹੈ ਅੰਤਰ ਯਾਤਰਾ। ਅੰਤਰ ਯਾਤਰਾ, ਜਿਸ ਤਰ੍ਹਾਂ ਆਪਾਂ ਨੂੰ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਆਪਣੇ ਅੰਦਰ ਦੀ ਯਾਤਰਾ, ਜਿੱਥੇ ਆਪਾਂ ਪਰਮਾਤਮਾ ਨੂੰ ਮਿਲਣਾ ਹੈ। ਇਸ ਕਰਕੇ ਜੋ ਬਾਬਾ ਜੀ ਨੇ ਅੰਤਰ ਯਾਤਰਾ ਬਾਰੇ ਬਚਨ ਕੀਤੇ ਹਨ, ਉਹ ਬਹੁਤ ਡੂੰਘਾਈ ਵਿੱਚ ਹਨ ਅਤੇ ਉਹਨਾਂ ਨੂੰ ਪੜ੍ਹ ਕੇ ਸਮਝਣ ਲਈ ਸਾਨੂੰ ਕਾਫੀ ਟਾਈਮ ਲੱਗਣਾ ਹੈ ਅਤੇ ਬਹੁਤ ਬਰੀਕੀ ਵਿੱਚ ਜਾਣਾ ਪੈਣਾ ਹੈ। ਤਾਂ ਵਾਹਿਗੁਰੂ ਜੀ, ਜਿਸ ਤਰ੍ਹਾਂ ਮੈਂ ਹੁਣ ਇਹ ਸਾਰੇ ਆਪ ਨਾਲ ਸਾਂਝੇ ਕਰਾਂਗੀ ਬਾਬਾ ਜੀ ਦੇ ਵਚਨ, ਪਰ ਜਿਸ ਤਰ੍ਹਾਂ ਸ਼ਾਇਦ ਸਾਨੂੰ ਇਹ ਕਈ ਦਫਾ ਇੱਕ ਬਚਨ ਕਈ ਵਾਰ ਵੀ ਪੜ੍ਹਨਾ ਪੈ ਸਕਦਾ ਹੈ ਕਿ ਸਾਡੀ ਬੁੱਧ ਉੱਦਾਂ ਦੀ ਹੈ ਨਾ। ਹੁਣ ਬਾਬਾ ਜੀ ਦੀ ਆਤਮਿਕ ਅਵਸਥਾ ਅਤੇ ਸਾਡੀ ਆਤਮਿਕ ਅਵਸਥਾ ਵਿੱਚ ਬਹੁਤ ਫਰਕ ਹੈ ਅਤੇ ਸਾਨੂੰ ਇਹ ਹੌਲੀ ਹੌਲੀ ਸਮਝ ਲੱਗਣੇ ਨੇ। ਅੰਤਰ ਯਾਤਰਾ। ਆਪਣੇ ਆਪ ਨੂੰ ਪਹਿਚਾਨਣਾ ਹੀ ਵਾਹਿਗੁਰੂ ਜੀ ਨੂੰ ਪਹਿਚਾਨਣੇ ਦੀ ਕੁੰਜੀ ਹੈ। ਬਾਹਰ ਰਾਖ ਹੀ ਰਾਖ ਹੈ, ਹੀਰਾ ਅੰਦਰ ਹੈ, ਹੀਰਾ ਚੇਤਨਾ ਹੈ। ਬਾਲਕ ਵਾਂਗੂ ਪ੍ਰਭੂ ਦੇ ਵਿਛੋੜੇ ਵਿੱਚ ਰੋਣਾ ਹੀ ਸੱਚੇ ਜਗਿਆਸੂ ਦਾ ਕੰਮ ਹੈ। ਦੁਨੀਆ ਦੀ ਉਸਤਤ ਨਿੰਦਾ ਦੀ ਪਰਵਾਹ ਕੀਤੇ ਬਗੈਰ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲਦੇ ਰਵੋ। ਜਲ ਵਿੱਚ ਬੇੜੀ ਰਵੇ ਤਾਂ ਠੀਕ, ਜੇ ਬੇੜੀ ਵਿੱਚ ਜਲ ਆ ਗਿਆ ਤਾਂ ਨੁਕਸਾਨ ਹੈ। ਇਸੇ ਤਰ੍ਹਾਂ ਜਗਿਆਸੂ ਸੰਸਾਰ ਵਿੱਚ ਰਵੇ, ਸੰਸਾਰ ਜਗਿਆਸੂ ਦੇ ਮਨ ਵਿੱਚ ਨਾ ਹੋਵੇ। ਪੂਰਬ ਦਿਸ਼ਾ ਵੱਲ ਜਿਤਨਾ ਹੀ ਚੱਲਾਂਗੇ, ਪੱਛਮ ਉਤਨਾ ਹੀ ਦੂਰ ਹੋ ਜਾਏਗਾ। ਇसी ਪ੍ਰਕਾਰ ਧਰਮ ਮਾਰਗ 'ਤੇ ਜਿਤਨਾ ਅੱਗੇ ਵਧਾਂਗੇ, ਸੰਸਾਰ ਉਤਨਾ ਹੀ ਦੂਰ ਪਿੱਛੇ ਛੁੱਟਦਾ ਜਾਏਗਾ। ਜਗਿਆਸੂ ਨੂੰ ਚਾਹੀਦਾ ਹੈ ਆਪਣੇ ਮਨ 'ਤੇ ਦੋਖ ਦ੍ਰਿਸ਼ਟੀ ਰੱਖੇ। ਜਗਿਆਸੂ ਆਪਣੇ ਮਨ ਨੂੰ ਵੈਰਾਗ ਰੂਪੀ ਫਾਹੀ ਵਿੱਚ ਫਾਸਿਆ ਰੱਖੇ ਅਤੇ ਸਦੀਵ ਕਾਲ ਮਨ ਦੇ ਸੁਭਾਅ ਨੂੰ ਵਿਚਾਰ ਸਾਥ ਦੇਖਤੇ ਰਹਿਣਾ ਚਾਹੀਏ। ਜਗਿਆਸੂ ਆਪ ਨੂੰ ਵਾਹਿਗੁਰੂ ਵਾਹਿਗੁਰੂ ਜੀ ਦੇ ਘਰ ਵਿਖੇ ਅਭਿਆਗਤ ਜਾਣੇ। ਸੁੱਖ ਦੀ ਖੁਆਹਿਸ਼ ਹੈ ਤਾਂ ਅੰਤਰਮੁਖੀ ਤਲਾਸ਼ ਕਰ। ਬਾਹਰ ਮੁਖ ਸੁੱਖ ਹੈ ਹੀ ਨਹੀਂ, ਮਿਲਣਾ ਕਿੱਥੋਂ ਹੈ। ਜਿੱਥੋਂ ਜੋ ਚੀਜ਼ ਹੈ ਉੱਥੋਂ ਹੀ ਮਿਲ ਸਕਦੀ ਹੈ। ਤੀਰਥ ਜਾਣ ਯੋਗ ਇੱਕ ਮੰਦਰ ਹੈ, ਪ੍ਰਵੇਸ਼ ਕਰਨ ਯੋਗ ਉਹ ਤੂੰ ਹੀ ਹੈ। ਆਪਣੀ ਨਿਜਤਾ ਨੂੰ ਨਹੀਂ ਖੋਣਾ, ਨਿਜਤਾ ਹੀ ਆਤਮਾ ਹੈ। ਉसी आत्मा में छुपा है परमात्मा। ਭੀਤਰ ਦੀ ਏਕਤਾ ਤੋਂ ਹੀ ਪੂਜਾ ਉੱਠਦੀ ਹੈ। ਭੀਤਰ ਦੀ ਏਕਤਾ ਤੋਂ ਹੀ ਪੂਜਾ ਉੱਠਦੀ ਹੈ। ਅੰਦਰ ਦੀ ਅਖੰਡਤਾ ਤੋਂ ਹੀ ਪ੍ਰਾਰਥਨਾ ਦੀ ਸੁਗੰਧ ਆਵਦੀ ਹੈ। ਭੀਤਰ ਦੀ ਏਕਤਾ ਤੋਂ ਹੀ ਪੂਜਾ ਉੱਠਦੀ ਹੈ, ਅੰਦਰ ਦੀ ਅਖੰਡਤਾ ਤੋਂ ਹੀ ਪ੍ਰਾਰਥਨਾ ਦੀ ਸੁਗੰਧ ਆਵਦੀ ਹੈ। ਵਰਤਮਾਨ ਵਿੱਚ ਜੀਵਨਾ ਹੁਣ ਔਰ ਇਸੀ ਵੇਲੇ, ਇਹੀ ਧਿਆਨ ਦਾ ਜੀਵਨ ਹੈ। ਵਾਸਨਾ ਅਤੇ ਕਾਮਨਾ ਕੱਲ੍ਹ ਦੀ ਹੈ।
ਕੱਲ ਨਾਮ ਹੀ ਕਾਲ ਦਾ ਹੈ, ਜਿਹੜਾ ਕੱਲ ਨੂੰ ਮਿਟਾ ਦੇ ਉਹੀ ਕਾਲ ਹੈ। ਕਿਉਂ ਨਾ ਰਵੇ ਤਾਂ ਹੀ ਸ਼ਰਧਾ, ਭਗਤੀ, ਪ੍ਰੇਮ परमात्मा ਦੀ प्राप्ति है। परमात्मा के मार्ग पे खोना ही खोना है, अपने को भी खो देना है, उस खोने में ही पाना है, पाना हो तो गवाना पड़ेगा। हरि भगत कोई सिद्धांत नहीं, दर्शन शास्त्र भी नहीं, डुबकी है अपने ही अंतर आत्मा विखे। ਸੰਸਾਰ ਦੇ ਪਦਾਰਥਾਂ ਵਾਸਤੇ ਭੱਜ ਦੌੜ ਦੀ ਲੋੜ ਹੋ ਸਕਦੀ ਹੈ। ਪਰਮਾਤਮਾ ਪਾਣੇ ਵਾਸਤੇ ਤਾਂ ਠਹਿਰ ਜਾਣਾ, ਰੁਕ ਜਾਣਾ, ਵਿਸ਼ਰਾਮ। ਉੱਠੋ, ਜਾਗੋ, ਜੋ ਮਿਲਿਆ ਹੈ ਉਸ ਨੂੰ ਪਾ ਲਵੋ, ਗਵਾਇਆ ਨਹੀਂ ਭੁਲਾਇਆ ਹੈ। ਇੱਕ ਦਾ ਅਨੁਭਵ ਨਿਰਵਿਚਾਰ ਵਿੱਚ ਹੈ। ਵਿਚਾਰ ਗਲਤ ਮਾਰਗ, ਨਿਰਵਿਚਾਰ ਠੀਕ ਮਾਰਗ। ਆਦਮੀ ਹੋ ਜਾਣਾ ਕਾਫੀ ਹੈ, ਆਦਮ ਹੋ ਜਾਓ ਤਾਂ ਪਰਮਾਤਮਾ ਆ ਜਾਏ। ਵਿਆਕੁਲਤਾ ਨਾਲ ਜੋ ਪ੍ਰਭੂ ਨੂੰ ਪੁਕਾਰਦੇ ਨੇ, ਉਹਨਾਂ ਨੂੰ ਹੋਰ ਗਿਆਨ ਦੀ ਲੋੜ ਨਹੀਂ। ਆਪਣੇ ਵਿੱਚ ਡੁੱਬ ਜਾਣਾ ਹੀ ਸਵਰਗ ਹੈ, ਪਰਾਏ ਵਿੱਚ ਭਟਕ ਜਾਣਾ ਹੀ ਨਰਕ ਹੈ। ਬੋਲਣਾ ਅਤੇ ਕਹਿਣਾ ਦੂਜੇ ਨਾਲ ਸੰਬੰਧ, ਆਪਣੇ ਅਤੇ ਆਤਮਾ ਪਰਮਾਤਮਾ ਨਾਲ ਸੰਬੰਧ ਮੌਨ ਵਿੱਚ। ਸਰੀਰ ਦੇ ਸੁੱਖ ਮਨ ਨੂੰ ਕਿਸੇ ਹੱਦ ਤੱਕ ਸੁਖੀ ਬਣਾਉਂਦੇ ਹਨ, ਪਰ ਪੂਰਨ ਸੁਖੀ ਨਹੀਂ। ਪੂਰਨ ਸੁੱਖ ਵਾਹਿਗੁਰੂ ਜੀ ਨਾਲ ਲਿਵ ਲਾਣ ਵਿੱਚ ਹੈ। ਕੁਝ ਵੀ ਜੋ ਪਾਇਆ ਜਾ ਸਕਦਾ ਹੈ ਉਹ ਤੁਹਾਡੇ ਅੰਦਰ ਹੈ। ਆਪਣੇ ਨੂੰ ਹੀ ਪਾ ਲਓ ਤਾਂ ਸਭ ਪਾ ਲਿਆ। ਰੂਪ ਦੀ ਪਹਿਚਾਣ ਬਾਹਰ ਹੈ, ਸਵਰੂਪ ਦੀ ਪਹਿਚਾਣ ਅੰਦਰ ਹੈ। ਪਰਮਾਤਮਾ ਦੇ ਮੰਦਰ ਵਿੱਚ ਇਕੱਲਿਆਂ ਹੀ ਜਾਣਾ ਹੁੰਦਾ ਹੈ, ਇਕੱਲੇ ਦੀ ਉਡਾਨ। ਵਿਚਾਰ ਦੀ ਬੇੜੀ ਤੇ ਸਵਾਰ ਹੋ ਕੇ ਨਿਰਵਿਚਾਰ ਦੇ ਤੱਟ ਤੇ ਪਹੁੰਚੋ। ਵਿਚਾਰ ਕਰਦਿਆਂ ਕਰਦਿਆਂ ਇਹੀ ਸਮਝ ਪੈ ਜਾਏਗੀ ਕਿ ਵਿਚਾਰ ਦੇ ਪਾਰ ਜਾਣਾ ਹੈ। ਉਹੀ ਸਾਰੇ ਪ੍ਰਾਣੀ, ਉਹੀ ਸਾਰੇ ਪਦਾਰਥ ਤੁਹਾਡੀ ਸੱਚੀ ਭਲਾਈ ਕਰਨ ਵਾਲੇ ਹਨ, ਜਿਨ੍ਹਾਂ ਤੋਂ ਤੁਹਾਨੂੰ ਵਾਹਿਗੁਰੂ ਜੀ ਕੀ ਪ੍ਰਾਪਤੀ ਦੇ ਸਾਧਨ ਵਿੱਚ ਉਤਸ਼ਾਹ, ਸ਼ਕਤੀ, सहायता, सहयोग मिलता होवे। आपने आप का पहचानना यही भगवंत के पहचानने की कुंजी है। जिज्ञासु जन हमेशा अपने मन पर दोख दृष्ट रखे, वह राग रूपी फाही विच मन नूं फसावे। कोई वेला ऐसा न होवे जिस वक्त वाहिगुरू जी विसर जाण। करता करनहार ਉਹ ਆਪ ਹੈ, ਤੁਸੀਂ ਕਰਤਾ ਨਹੀਂ। ਆਪਣੇ ਆਪ ਨੂੰ ਕਰਤਾ ਮੰਨ ਕੇ ਵਾਧੂ ਵਿਅਰਥ ਦੁੱਖ ਨਾ ਪਾਓ। ਤੁਹਾਡਾ ਕੰਮ ਅਕਾਲ ਪੁਰਖ ਨਾਲ ਪ੍ਰੇਮ ਕਰਨਾ, ਅਕਾਲ ਪੁਰਖ ਨੂੰ ਅੰਗ ਸੰਗ ਜਾਣਨਾ ਤੇ ਸਾਰੇ ਕੰਮ ਅਕਾਲ ਪੁਰਖ ਅੱਗੇ ਅਰਪਣ ਕਰਨਾ ਹੈ। ਅਭਿਆਸੀ ਨੂੰ ਹੀ ਦੁਨੀਆ ਦੀ ਅਸਲ ਸ਼ਕਲ ਨਜ਼ਰ ਆਉਂਦੀ ਹੈ। ਉਸ ਵਿੱਚ ਮਾਇਆ ਦਾ ਪਰਦਾ ਪਾੜ ਕੇ ਅਸਲੀਅਤ ਦੇਖਣ ਵਾਲੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਹ ਸੱਤ ਤੇ ਅਸੱਤ ਦੀ ਪਛਾਣ ਕਰਕੇ ਅਸਲ ਜ਼ਿੰਦਗੀ ਹਾਸਲ ਕਰਦਾ, ਉਸ ਦੇ ਮਹਾਂ ਆਨੰਦ ਨੂੰ ਮਾਣਦਾ ਅਤੇ ਸੱਚ ਨਾਲ ਜੁੜ ਕੇ ਸੱਚ ਰੂਪ ਹੋ ਜਾਂਦਾ ਹੈ। ਕਿਸੇ ਨੂੰ ਨਹੀਂ ਬਦਲਣਾ, ਆਪਣੇ ਆਪ ਨੂੰ ਹੀ ਬਦਲਣਾ ਹੈ। ਐਸਾ ਦਿਸ ਜਾਣ ਨਾਲ ਹੀ ਪਰਮਾਤਮਾ ਦੇ ਮੰਦਰ ਪਾਸ ਆਉਣਾ ਹੋ ਜਾਂਦਾ ਹੈ। ਸੰਸਾਰ ਛੱਡਣਾ ਨਹੀਂ, ਪ੍ਰਭੂ ਨੂੰ ਚਖਣਾ ਹੈ।
ਪ੍ਰਭੂ ਨੂੰ ਚੱਖਦੇ ਹੀ ਸੰਸਾਰ ਭੁੱਲਦਾ ਜਾਏਗਾ। ਸੰਸਾਰ ਨੂੰ ਸਮਝਣੇ ਨਾਲ ਪ੍ਰਭੂ ਮਿਲਣ ਦਾ ਸੰਬੰਧ ਹੈ, ਸੰਸਾਰ ਛੱਡਣ ਨਾਲ ਨਹੀਂ। ਚੇਤਨਾ ਨੀਚੇ ਅੰਧਕਾਰ ਤੇ ਅਚੇਤਨ ਵਿੱਚ ਡੁੱਬ ਜਾਏ ਤਾਂ ਦੁਖੀ ਨਹੀਂ, ਜਾਂ ਚੇਤਨਾ ਚੇਤਨ ਮੂਰਛਾ ਰਹਿਤ ਜਾਗਦੀ ਹੋਈ ਜੋਤ ਬਣ ਜਾਏ ਤਾਂ ਆਨੰਦ ਵਿੱਚ ਲੀਨ ਹੋ ਸਕਦੀ ਹੈ। ਚੇਤਨਾ ਨੀਚੇ ਅੰਧਕਾਰ ਤੇ ਅਚੇਤਨ ਵਿੱਚ ਡੁੱਬ ਜਾਏ ਤਾਂ ਦੁਖੀ ਨਹੀਂ, ਜਾਂ ਚੇਤਨਾ ਚੇਤਨ ਮੂਰਛਾ ਰਹਿਤ ਜਾਗਦੀ ਹੋਈ ਜੋਤ ਬਣ ਜਾਏ ਤਾਂ ਆਨੰਦ ਵਿੱਚ ਲੀਨ ਹੋ ਸਕਦੀ ਹੈ। ਦੁਨੀਆ ਵਿੱਚ ਸੱਤ ਦੀ ਪ੍ਰਾਪਤੀ ਵਿਰਲਿਆਂ ਨੂੰ ਹੁੰਦੀ ਹੈ। ਪਰਮਾਤਮਾ ਵੱਲੋਂ ਤਾਂ ਐਸੀ ਕੋਈ ਸ਼ਰਤ ਨਹੀਂ, ਲੇਕਿਨ ਪਿਆਸੇ ਹੀ ਵਿਰਲੇ ਹੁੰਦੇ ਹਨ। ਬੰਦੇ, ਚੇਤਨ ਆਤਮਾ ਹੀ ਸੱਤ ਹੈ, ਹੋਰ ਸਭ ਸੰਸਾਰ ਸੁਪਨਾ ਹੈ। ਸ਼ਬਦ ਉਸ ਅੰਤਰ ਯਾਤਰਾ ਵੱਲ ਲੈ ਜਾਣ ਨੂੰ ਸਹਾਇਕ ਹੁੰਦਾ ਹੈ। ਜ਼ਿੰਦਗੀ ਵਿੱਚ ਉੱਤਰ ਹੀ ਆਪਣਾ ਹੀ ਖੋਜਣਾ ਹੈ। ਜ਼ਿੰਦਗੀ ਵਿੱਚ ਉੱਤਰ ਵੀ ਆਪਣਾ ਹੀ ਖੋਜਣਾ ਹੈ। ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੂੰ ਮੌਤ ਤੋਂ ਕੋਈ ਸ਼ਿਕਾਇਤ ਨਹੀਂ। ਮੌਤ ਇਸ ਜੀਵਨ ਦਾ ਅੰਤ ਅਤੇ ਮਹਾਜੀਵਨ ਦਾ ਪ੍ਰਾਰੰਭ ਹੈ। ਆਪਣੇ ਨੂੰ ਪਰਮਾਤਮਾ ਵਿੱਚ ਮਿਲਦਾ ਪਾਓਗੇ। ਮੈਂ ਦਾ ਹੋਣਾ ਹੀ ਚਮਤਕਾਰ ਹੈ। ਪ੍ਰੇਮ ਭਗਤੀ ਨਾਲ ਮੈਂ ਗਲਦਾ ਹੈ। ਧਿਆਨ ਵਿੱਚ ਮੈਂ ਬਿਖਰ ਕੇ ਅਤੇ ਨਹੀਂ ਹੋ ਜਾਣਾ। ਖਾਲੀ ਅੱਖ ਨਾਲ ਦੇਖਣ ਤੇ ਹੀ ਪਰਮਾਤਮਾ ਦਿਸਦਾ ਹੈ। ਭਰੀਆਂ ਹੋਈਆਂ ਅੱਖਾਂ ਨਾਲ ਸੰਸਾਰ ਹੀ ਦਿਸੇਗਾ। ਧਰਮ ਦੀ ਦੁਨੀਆ ਵਿੱਚ ਜਾਗਣ ਤੇ ਹੀ ਸਵੇਰ ਪ੍ਰਭਾਤ ਹੈ, ਵੈਸੇ ਨਹੀਂ, ਅੰਦਰੋਂ ਹੀ ਸੂਰਜ ਉਗਦਾ ਹੈ। ਖਿੜਕੀ ਖੋਲ੍ਹਣ ਜੈਸਾ ਮੇਰਾ ਉਦਮ ਹੈ। ਰੌਸ਼ਨੀ ਪ੍ਰਕਾਸ਼ ਦਾ ਉੱਤਰ ਆਵਣਾ ਇਹ ਪ੍ਰਸਾਦ ਵਤ ਹੈ, ਉਹਨੂੰ ਮੈਂ ਲਿਆ ਨਹੀਂ ਸਕਦਾ। ਭਗਤ ਦਾ ਕਰਤੱਵ ਹੈ ਆਲਸ ਤੋਂ ਸਾਵਧਾਨ, ਆਪਣੇ ਆਚਰਣ ਨੂੰ ਸਾਫ਼ ਰੱਖੇ ਤਾਂ ਕਿ ਵਸਤੂ ਆ ਸਕੇ। ਬਹੁਤ ਸੁਭਾਗ ਹੈ ਬਾਹਰ ਦੀ ਖੋਜ ਬਿਰਥਾ ਹੋ ਜਾਏ। ਬਾਹਰ ਬਿਰਥਾ ਹੋਣ ਨਾਲ ਮੌਜੂਦਗੀ ਪਰਮਾਤਮਾ ਵਿੱਚ ਹੋ ਹੀ ਜਾਂਦੀ ਹੈ। ਅੰਤਰ ਦੀ ਯਾਤਰਾ ਸ਼ੁਰੂ ਹੁੰਦੀ ਹੈ, ਸਮਾਪਤ ਨਹੀਂ ਹੁੰਦੀ। ਪ੍ਰਭੂ ਦੀ ਖੋਜ ਗਹਿਰੇ ਅੰਧੇਰੇ ਦੇ ਅਹਿਸਾਸ ਤੋਂ ਸ਼ੁਰੂ ਹੁੰਦੀ ਹੈ। ਪ੍ਰਭੂ ਦੀ ਪੂਰੀ ਤੜਫ ਵਾਲੀ ਪਿਆਸ ਦੇ ਪਿੱਛੇ ਹੀ ਤ੍ਰਿਪਤੀ ਛੁਪੀ ਹੈ। ਪਰਮਾਤਮਾ ਦੇ ਦਰ ਤੇ ਪੁੱਜਣ ਲਈ ਜੋ ਬਾਹਰੋਂ ਸੰਤੁਸ਼ਟ ਤ੍ਰਿਪਤ ਹੋ ਜਾਂਦਾ ਹੈ, ਉਸੀ ਦਾ ਪਹੁੰਚਣਾ ਹੋ ਸਕਦਾ ਹੈ। ਜਿੱਥੇ ਤੁਸੀਂ ਹੋ ਉੱਥੇ ਰਾਜੀ ਹੋ ਜਾਓ, ਪਰਮਾਤਮਾ ਪ੍ਰਵਾਨ ਕਰ ਲਏਗਾ। ਡੁਬਕੀ ਲਾਂਦੇ ਹੀ ਜਾਓ, ਰਤਨ ਜ਼ਰੂਰ ਨਿਕਲੇਗਾ। ਧੀਰਜ ਨਾਲ ਸਾਧਨਾ ਕਰਦੇ ਰਵੋ, ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ।